ਸਾਹਿਬ ਜੀ ਕੀ ਪਹਿਲੀ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਨ ਕਰਦੇ ਹਨ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਨ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਉਂ ਸਚਿਆਰਾ ਹੋਈਐ ਕਿਉਂ ਕੂੜੇ ਟੁੱਟੇ ਪਾਰ, ਹੁਕਮ ਰਜਾਹੀ ਚੱਲਣਾ ਨਾਨਕ ਲਿਖਿਆ ਨਾ। ਤਾਂ ਜਿਹੜਾ ਪੌੜੀ ਦਾ ਮੂਲ ਹੈ ਉਹ ਇੱਕ ਪ੍ਰਸ਼ਨ ਹੈ ਕਿ ਅਸੀਂ ਕਿਵੇਂ ਸਚਿਆਰ ਹੋ ਸਕਦੇ ਹਾਂ, ਕਿਸ ਤਰ੍ਹਾਂ ਪ੍ਰਭੂ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਸਾਨੂੰ ਹੋ ਸਕਦੀ ਹੈ। ਫਿਰ ਇਸ ਪੌੜੀ ਦੇ ਅੰਤ ਦੀਆਂ ਪੰਕਤੀਆਂ ਵਿੱਚ ਮਹਾਰਾਜ ਨੇ ਉਹ ਉਪਾਅ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਪ੍ਰਭੂ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਹੋ ਸਕਦੀ ਹੈ। ਪਰ ਉਸ ਤੋਂ ਪਹਿਲਾਂ ਮਹਾਰਾਜ ਨੇ ਉਹ ਸਾਧਨ ਜਿਹੜੇ ਉਸ ਸਮੇਂ ਪ੍ਰਚਲਿਤ ਸਨ, ਜੋ ਆਮ ਤੌਰ ਕਰਕੇ ਮੰਨੇ ਜਾਂਦੇ ਸਨ ਕਿ ਇਹਨਾਂ ਦੇ ਨਾਲ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਮਨ ਦਾ ਟਿਕਾਊ ਬਣ ਸਕਦਾ ਹੈ, ਮਨ ਸ਼ਾਂਤ ਹੋ ਸਕਦਾ ਹੈ। ਮਹਾਰਾਜ ਪਹਿਲੇ ਉਹਨਾਂ ਦਾ ਜ਼ਿਕਰ ਕਰਦੇ ਹਨ ਤੇ ਉਹਨਾਂ ਦਾ ਖੰਡਨ ਕਰਦੇ ਹੋਏ ਮਹਾਰਾਜ ਅੰਤ ਵਿੱਚ ਫਿਰ ਸਾਨੂੰ ਜਿਹੜਾ ਉਪਾਅ ਹੈ ਜਿਸ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਉਹ ਉਪਾਅ ਵੀ ਦੱਸਦੇ ਹਨ। ਪਹਿਲੇ 4 ਜਿਹੜੇ ਉਪਾਅ ਹਨ, ਸਾਧਨ ਹਨ, ਇਹ ਕਰਕੇ ਦੇਖੇ ਗਏ ਉਸ ਸਮੇਂ, ਪਰ ਇਹ ਸਫਲ ਨਹੀਂ ਹੋਏ। ਉਹਨਾਂ ਚੋਂ ਪਹਿਲਾ ਜਿਹੜਾ ਉਪਾਅ ਸੀ ਉਹ ਸੁਚਮ ਰੱਖਣਾ। ਇਹ ਮੰਨਿਆ ਜਾਂਦਾ ਸੀ ਕਿ ਸੁਚਮ ਰੱਖਣ ਨਾਲ ਜਿਹੜਾ ਸ਼ਾਂਤੀ ਹੈ ਮਨ ਦੀ ਉਹ ਪ੍ਰਾਪਤ ਹੋ ਜਾਂਦੀ ਹੈ। ਤਾਂ ਉਸ ਸਮੇਂ ਸਰੀਰ ਦੀ ਸੁਚਮਤਾ, ਸਰੀਰ ਦੀ ਪਵਿੱਤਰਤਾ ਵੱਲ ਧਿਆਨ ਬਹੁਤ ਜ਼ਿਆਦਾ ਸੀ। ਪਰ ਦੇਖਿਆ ਗਿਆ ਸਰੀਰ ਨੂੰ ਸੁਚਮ ਰੱਖਣ ਨਾਲ ਹੀ ਜੇ ਇਹ ਸੋਚ ਲਿਆ ਜਾਏ ਕਿ ਮਨ ਜਿਹੜਾ ਹੈ ਉਹ ਪਵਿੱਤਰ ਹੋ ਜਾਏਗਾ, ਤਾਂ ਐਸਾ ਨਹੀਂ ਹੋਇਆ। ਕੇਵਲ ਸਰੀਰ ਦੀ ਸ਼ੁੱਧਤਾ, ਸਰੀਰ ਦੀ ਜਿਹੜੀ ਸੁਚਮਤਾ ਹੈ ਜਾਂ ਸਰੀਰ ਦੀ ਜਿਹੜੀ ਪਵਿੱਤਰਤਾ ਹੈ, ਇਹ ਸਾਡੇ ਮਨ ਨੂੰ ਪਵਿੱਤਰ ਨਹੀਂ ਕਰਦੀ। ਤਾਂ ਮਹਾਰਾਜ ਪਹਿਲੀ ਪੰਕਤੀ 'ਚ ਸਾਨੂੰ ਇਹੀ ਸਮਝਾਉਂਦੇ ਹਨ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਜੇ ਲੱਖ ਵਾਰ ਵੀ ਅਸੀਂ ਇਸ਼ਨਾਨ ਕਰੀਏ ਔਰ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਦੀ ਕੋਸ਼ਿਸ਼ ਕਰੀਏ, ਪਰ ਐਸਾ ਕਰਨ ਨਾਲ ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਹੁੰਦਾ। ਦੂਸਰੀ ਪੰਕਤੀ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਕੇਵਲ ਚੁੱਪ ਰੱਖਣ ਨਾਲ, ਜੋ ਕਿ ਉਸ ਸਮੇਂ ਇੱਕ ਪ੍ਰਚਲਿਤ ਸਾਧਨ ਸੀਗਾ ਜਿਹਨੂੰ ਮੌਨ ਧਾਰਨ ਕਰਨਾ ਵੀ ਕਹਿੰਦੇ ਸਨ, ਤਾਂ ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਮੌਨ ਧਾਰਨ ਕਰਨ ਨਾਲ ਇੱਕ ਲਗਾਤਾਰ ਨਾ ਬੋਲਣ ਦੇ ਨਾਲ ਜਿਹੜਾ ਮਨ ਹੈ ਉਹ ਸ਼ਾਂਤ ਹੋ ਜਾਏਗਾ, ਔਰ ਇਸ ਸ਼ਾਂਤ ਮਨ ਨੂੰ ਜਿਹੜੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੈ ਉਹ ਹੋ ਜਾਏਗੀ ਤੇ ਜਿਹੜਾ ਮਨ ਹੈ ਉਹ ਮੁਕਤ ਹੋ ਜਾਏਗਾ। ਪਰ ਮਹਾਰਾਜ ਉਚਾਰਨ ਕਰਦੇ ਹਨ, ਚੁੱਪੈ ਚੁੱਪ ਨਾ ਹੋਵਈ, ਕਿ ਕੇਵਲ ਮੂੰਹ ਤੋਂ ਨਾ ਬੋਲਣ ਕਰਕੇ, ਮੁਖ ਤੋਂ ਨਾ ਬੋਲਣ ਕਰਕੇ ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਹੋ ਜਾਂਦਾ। ਫਿਰ ਭਾਵੇਂ ਅਸੀਂ ਇੱਕ ਰਸ ਲਗਾਤਾਰ ਮੌਨ ਧਾਰਨ ਕਰਕੇ ਰੱਖੀਏ, ਤਾਂ ਮਹਾਰਾਜ ਨੇ ਇਹ ਸਮਝਾਇਆ ਕਿ ਮੁਖ ਤੋਂ ਨਾ ਬੋਲਣ ਦੇ ਨਾਲ ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਹੋ ਜਾਂਦਾ। ਤੀਸਰਾ ਸਾਧਨ ਜਿਹੜਾ ਪ੍ਰਚਲਿਤ ਸੀ ਉਹ ਇਹ ਮੰਨਿਆ ਜਾਂਦਾ ਸੀ ਕਿ ਜਿਹੜੀ ਭੁੱਖ ਹੈ, ਮਨ ਦੀ ਜਿਹੜੀ ਭੁੱਖ ਹੈ,
ਉਹ ਪਦਾਰਥ ਇਕੱਠੇ ਕਰਨ ਨਾਲ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇੱਕ ਵਾਰ ਰੱਜ ਕੇ ਤੁਸੀਂ ਪਦਾਰਥ ਜਿਹੜੇ ਆ ਉਹ ਇਕੱਠੇ ਕਰ ਲਓ ਤਾਂ ਮਨ ਜਿਹੜਾ ਹੈ ਉਹ ਸ਼ਾਂਤ ਹੋ ਜਾਏਗਾ। ਇਸ ਪੰਕਤੀ ਦੀ ਵਿਚਾਰ ਇਸ ਤਰ੍ਹਾਂ ਵੀ ਕੀਤੀ ਜਾਂਦੀ ਹੈ ਕਿ ਭੁੱਖਿਆਂ ਰਹਿਣ ਨਾਲ, ਕੁਝ ਨਾ ਖਾਣ ਦੇ ਨਾਲ, ਵਰਤ ਰੱਖਣ ਦੇ ਨਾਲ ਜਿਹੜੀ ਮਨ ਦੀ ਭੁੱਖ ਹੈ ਉਹ ਇੱਕ ਸਮੇਂ ਆਉਂਦਾ ਹੈ ਕਿ ਮਿਟ ਜਾਂਦੀ ਹੈ। ਤਾਂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਵਰਤ ਰੱਖਣ ਦੇ ਨਾਲ ਤੇ ਜੇ ਭੁੱਖੇ ਜਿਹੜੇ ਪ੍ਰਾਣੀ ਹਨ, ਜਿਨ੍ਹਾਂ ਦੇ ਮਨ ਦੇ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ ਹੈ, ਫਿਰ ਉਹ ਭਾਵੇਂ ਭੁੱਖੇ ਰਹਿ ਲੈਣ ਜਾਂ ਫਿਰ ਪਦਾਰਥਾਂ ਦੀ ਪੰਡ ਬੰਨ ਲੈਣ, ਉਹ ਮਨ ਦੀ ਜਿਹੜੀ ਭੁੱਖ ਹੈ ਉਹ ਕਦੀ ਖਤਮ ਨਹੀਂ ਹੁੰਦੀ। ਮਨ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਕਦੇ ਖਤਮ ਨਹੀਂ ਹੁੰਦੀ। ਮਹਾਰਾਜ ਉਚਾਰਨ ਕਰਦੇ ਹਨ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਜੇ ਮੈਂ ਸ੍ਰਿਸ਼ਟੀ ਦੀ ਸਾਰੀਆਂ ਪੂਰੀਆਂ ਦਾ ਭਾਰ, ਮਤਲਬ ਕਿ ਜੇ ਉਹਨਾਂ ਦਾ ਮੈਂ ਪਦਾਰਥ ਵੀ ਸਾਰਾ ਸਮੇਟ ਲਵਾਂ, ਸਾਰਾ ਇਕੱਠਾ ਕਰ ਲਾਂ, ਉਹਨਾਂ ਦੀ ਪੰਡ ਬੰਨ ਕੇ ਆਪਣੇ ਕੋਲ ਰੱਖ ਲਵਾਂ, ਤਾਂ ਵੀ ਜਿਹੜੀ ਮਨ ਦੀ ਤ੍ਰਿਸ਼ਨਾ ਹੈ, ਜਿਹੜੀ ਅੰਦਰ ਹੋਰ ਪਾਣ ਦੀ ਭੁੱਖ ਹੈ, ਉਹ ਨਹੀਂ ਮਿਟਦੀ। ਔਰ ਇਸੇ ਤਰ੍ਹਾਂ ਭੁੱਖਿਆਂ ਰਹਿਣ ਨਾਲ ਵੀ ਜੇ ਇਹ ਸੋਚਿਆ ਜਾਏ ਕਿ ਭੁੱਖੇ ਰਹੀਏ ਔਰ ਇੱਕ ਸਮਾਂ ਆਏਗਾ ਕਿ ਮਨ ਦੀ ਭੁੱਖ ਹੀ ਖਤਮ ਹੋ ਜਾਏਗੀ, ਤਾਂ ਮਹਾਰਾਜ ਇਹ ਸਾਧਨ ਦਾ ਵੀ ਖੰਡਨ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਵੀ ਜਿਹੜੀ ਭੁੱਖ ਹੈ, ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਹੁੰਦਾ, ਜਿਹੜੀ ਮਨ ਦੀ ਤ੍ਰਿਸ਼ਨਾ ਹੈ ਉਹ ਖਤਮ ਨਹੀਂ ਹੁੰਦੀ। ਫਿਰ ਅਗਲਾ ਸਾਧਨ ਜਿਹੜਾ ਮਹਾਰਾਜ ਜੀ ਸਾਨੂੰ ਫਰਮਾਉਂਦੇ ਹਨ, ਉਸ ਸਮੇਂ ਜਿਹੜਾ ਪ੍ਰਚਲਿਤ ਸੀ ਉਹ ਸੀ ਸਿਆਣਪ। ਜਦੋਂ ਇਹ ਤਿੰਨ ਸਾਧਨ ਸਫਲ ਨਹੀਂ ਹੋ ਰਹੇ ਸੀ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਚਤੁਰਾਈ ਜਿਹੜੀ ਹੈ ਇਸ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਪਰ ਮਹਾਰਾਜ ਫਰਮਾਨ ਕਰਦੇ ਹਨ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਕਿ ਜਿੰਨੀ ਮਰਜ਼ੀ ਚਤੁਰਾਈਆਂ ਹੋਣ, ਜਿੰਨੀ ਮਰਜ਼ੀਆਂ ਸਿਆਣਪਾਂ ਹੋਣ, ਪਰ ਪਰਮਾਤਮਾ ਦੇ ਪਾਣ ਵਾਲੇ ਮਾਰਗ ਤੇ ਇਹ ਸਿਆਣਪਾਂ ਜਿਹੜੀਆਂ ਹੈ ਉਹ ਨਾਲ ਨਹੀਂ ਚੱਲਦੀਆਂ, ਜਾਂ ਉਸ ਪਰਮਾਤਮਾ ਦੇ ਦਰ ਤੇ ਇਹ ਜਿਹੜੀਆਂ ਸਿਆਣਪਾਂ ਹਨ ਇਹ ਨਹੀਂ ਕੰਮ ਆਉਂਦੀਆਂ। ਤਾਂ ਇਸ ਤਰ੍ਹਾਂ ਮਹਾਰਾਜ ਨੇ ਉਸ ਸਮੇਂ ਦੇ ਚਾਰ ਜਿਹੜੇ ਪ੍ਰਚਲਿਤ ਤਰੀਕੇ ਸਨ, ਢੰਗ ਸਨ, ਜੋ ਕਿ ਮੰਨਿਆ ਜਾਂਦਾ ਸੀ ਸੁਚਮਤਾ ਰੱਖਣ ਨਾਲ, ਚੁੱਪ ਰੱਖਣ ਦੇ ਨਾਲ, ਭੁੱਖਿਆ ਰਹਿਣ ਨਾਲ, ਜਾਂ ਪਦਾਰਥ ਇਕੱਠੇ ਕਰਨ ਨਾਲ, ਜਾਂ ਚਤੁਰਾਈ ਦੇ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਇਹ ਚਾਰੋਂ ਜਿਹੜੇ ਉਪਾਅ ਸਨ ਉਸ ਸਮੇਂ ਉਹ ਸਫਲ ਨਹੀਂ ਹੋਏ। ਫਿਰ ਸਿੱਧ ਜਿਹੜੇ ਹਨ ਉਹ ਮਹਾਰਾਜ ਨੂੰ ਪ੍ਰਸ਼ਨ ਕਰਦੇ ਹਨ ਕਿ ਮਹਾਰਾਜ ਫਿਰ ਆਪ ਜੀ ਦੱਸੋ ਕਿ ਕੈਸਾ ਉਹ ਸਾਧਨ ਹੈ, ਕਿਹੜਾ ਉਹ ਸਾਧਨ ਹੈ ਜਿਸ ਨਾਲ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਹੋ ਸਕਦੀ ਹੈ, ਜਿਸ ਨਾਲ ਮਨ ਦਾ ਟਿਕਾਓ ਜਿਹੜਾ ਹੈ ਉਹ ਬਣ ਸਕਦਾ ਹੈ, ਜਾਂ ਮਨ ਜਿਹੜਾ ਹੈ ਉਹ ਅੰਦਰੋਂ ਸ਼ਾਂਤ ਹੋ ਸਕਦਾ ਹੈ। ਤਾਂ ਅਗਲੀ ਪੰਕਤੀਆਂ ਵਿੱਚ ਪ੍ਰਸ਼ਨ ਰੂਪ ਵਿੱਚ ਪੁੱਛਿਆ ਗਿਆ ਹੈ, ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾਲ। ਫਿਰ ਕਿਸ ਤਰ੍ਹਾਂ ਸਚਿਆਰ ਹੋ ਸਕਦੇ ਹਾਂ, ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ, ਔਰ ਜੋ ਸਾਡੇ ਤੇ ਪਰਮਾਤਮਾ ਦੇ ਵਿੱਚ ਇੱਕ ਕੰਧ ਹੈ, ਇੱਕ ਵਿਥ ਹੈ, ਜਿਹੜਾ ਸਾਨੂੰ ਪਰਮਾਤਮਾ ਨਜ਼ਰ ਨਹੀਂ ਆ ਰਿਹਾ, ਜਿਹੜੀ ਉਹ ਕੰਧ ਹੈ ਉਹ ਕਿਵੇਂ ਹਟ ਸਕਦੀ ਹੈ। ਤਾਂ ਮਹਾਰਾਜ ਨੇ ਇਸ ਪ੍ਰਸ਼ਨ ਦੇ ਉੱਤਰ ਦੇ ਵਿੱਚ ਸਾਨੂੰ ਜੁਗਤੀ ਦੱਸੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਤਾਂ ਮਹਾਰਾਜ ਸਿੱਧਾਂ ਨੂੰ ਕਹਿੰਦੇ ਹਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣ ਨਾਲ, ਜੋ ਹੁਕਮ ਉਸਨੇ ਸ੍ਰਿਸ਼ਟੀ ਦਾ ਲਿਖ ਦਿੱਤਾ ਹੈ, ਬਸ ਉਸ ਦੀ ਰਜਾ ਦੇ ਵਿੱਚ ਰਹਿਣ ਨਾਲ ਅਸੀਂ ਸਚਿਆਰ ਹੋ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਕੋਈ ਸਾਧਨ, ਹੋਰ ਕੋਈ ਢੰਗ, ਹੋਰ ਕੋਈ ਉਪਾਅ ਜਿਹੜਾ ਹੈ ਉਹ ਸਫਲ ਨਹੀਂ ਹੈ। ਕੇਵਲ ਇਹੀ ਇੱਕ ਉਪਾਅ ਹੈ
ਕਿ ਉਸ ਪ੍ਰਭੂ ਪਰਮਾਤਮਾ ਦੀ ਰਚੀ ਹੋਈ ਜਿਹੜੀ ਸ੍ਰਿਸ਼ਟੀ ਹੈ ਉਸ ਦੇ ਵਿੱਚ ਜੋ ਉਸਨੇ ਆਪਣਾ ਹੁਕਮ ਕੀਤਾ ਹੈ, ਉਸ ਦੇ ਰਜਾ ਵਿੱਚ ਰਹਿਣਾ, ਜਿਵੇਂ ਉਹ ਪਰਮਾਤਮਾ ਰੱਖਦਾ ਹੈ ਉਸ ਤਰ੍ਹਾਂ ਰਹਿਣ ਨਾਲ ਅਸੀਂ ਆਪਣਾ ਮਨ ਜਿਹੜਾ ਹੈ ਉਹ ਸਚਿਆਰ ਕਰ ਸਕਦੇ ਹਾਂ। ਪਿਆਰੀ ਸਾਧ ਸੰਗਤ ਜੀਓ, ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਇੱਕ ਇੱਕ ਪੰਕਤੀ ਨੂੰ ਲੈ ਕੇ, ਕੋਈ ਉਦਾਹਰਨ ਲੈ ਕੇ ਉਸ ਪੰਕਤੀ ਨੂੰ ਹੋਰ ਵਿਸਥਾਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਰ ਇੱਕ ਪੰਕਤੀ ਦੇ ਨਾਲ ਕੋਈ ਉਦਾਹਰਨ ਲਈ ਜਾਏਗੀ ਤਾਂ ਕਿ ਅਸੀਂ ਉਸ ਪੰਕਤੀ ਨੂੰ ਹੋਰ ਗਹਿਰਾਈ ਨਾਲ ਸਮਝ ਸਕੀਏ। ਤਾਂ ਆਪ ਜੀ ਜੁੜੇ ਰਹੋ ਔਰ ਹੋਰ ਵਿਸਥਾਰ ਦੇ ਨਾਲ ਵਿਚਾਰ ਨੂੰ ਸਾਂਝੀ ਕਰਨ ਲਈ ਅਗਲੀ ਵੀਡੀਓ ਤੇ ਜ਼ਰੂਰ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।